ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਕੀਤੇ ਗਏ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ। सत श्री अकाल दर्शकों, प्रोग्राम चलो चलिए परदेस देखने वाले तमाम दर्शकों का मेरे वालों यानी मनीष वालों स्वागत है। दर्शकों चलो चलिए परदेस प्रोग्राम लैके तो जिवें पता कि असीं हर वार मुखातब होने हैं हर शुक्रवार शनिवार ਅਤੇ ਐਤਵਾਰ और ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਜਾਣਕਾਰੀ ਦੇਣ ਲਈ ਇਮੀਗ੍ਰੇਸ਼ਨ ਨਾਲ ਸੰਬੰਧਿਤ। ਸੋ ਇਸ ਵਾਰ ਵੀ ਤੁਹਾਡੇ ਕਹਿਣ ਤੇ ਖਾਸ ਸੱਦੇ ਤੇ ਸਾਡੇ ਨਾਲ ਹਾਜ਼ਰ ਨੇ ਪਿਰਾਮਿਡ ਸਰਵਿਸਿਜ਼ ਤੋਂ ਪਮਨੂਰ ਸਿੰਘ ਬੇਦੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਔਰ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਵਿਦੇਸ਼ਾਂ ਦੇ ਰਸਤਿਆਂ ਵਿੱਚ ਕੀ ਰੁਕਾਵਟਾਂ ਆ ਰਹੀਆਂ ਨੇ ਔਰ ਕਿਸ ਤਰ੍ਹਾਂ ਉਹਨਾਂ ਦਾ ਹੱਲ ਕੀਤਾ ਜਾ ਸਕਦਾ। ਬੇਦੀ ਸਾਹਿਬ ਬਹੁਤ ਸਵਾਗਤ ਹੈ ਜੀ। ਇੱਕ ਵਾਰੀ ਫੇਰ ਸੱਦਾ ਦੇਣ ਲਈ ਬਹੁਤ ਧੰਨਵਾਦ ਤੁਹਾਡਾ ਤੇ ਦੂਰਦਰਸ਼ਨ ਦਾ ਅਤੇ ਦੂਰਦਰਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਿਆਰ ਭਰਾ ਸਤਿ ਸ਼੍ਰੀ ਅਕਾਲ ਜੀ। ਜੀ ਬੇਦੀ ਸਾਹਿਬ, ਵਿਦਿਆਰਥੀਆਂ ਦੇ ਐਗਜ਼ਾਮ ਹੋ ਗਏ ਨੇ, ਕੁਝ ਦੇ ਰਿਜ਼ਲਟ ਆ ਗਏ ਨੇ, ਕੁਝ ਇੰਤਜ਼ਾਰ ਕਰ। ਸੋ ਉਹਨਾਂ ਦਾ ਮਾਰਗਦਰਸ਼ਨ ਕਿਵੇਂ ਕੀਤਾ ਜਾਵੇ? ਗੱਲ ਕਰਦੇ ਹਾਂ ਕੈਨੇਡਾ ਤੋਂ। ਸਭ ਤੋਂ ਪਹਿਲਾਂ ਐਸਪੀਪੀ ਦੀ ਆਪਾਂ ਗੱਲ ਕਰੀਏ, ਕੈਨੇਡਾ ਐਸਪੀਪੀ ਰਾਹੀਂ ਕਿਵੇਂ ਜਾਇਆ ਜਾ ਸਕਦਾ? ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ। ਐਸਪੀਪੀ ਸਟੂਡੈਂਟਸ ਪਾਰਟਨਰ ਪ੍ਰੋਗਰਾਮ ਇਹ ਇੱਕ ਵਿਸ਼ੇਸ਼ ਪ੍ਰੋਗਰਾਮ ਸੀ ਜੋ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰਾਲੇ ਔਰ ਇੰਡੀਆ ਦੇ ਇਮੀਗ੍ਰੇਸ਼ਨ ਮੰਤਰਾਲੇ ਦੇ ਵਿੱਚ ਇੱਕ ਸਮਝੌਤਾ ਹੋਇਆ ਸੀ ਕਿ ਜਿਹੜੇ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਨ ਆਉਣਾ ਜਾਣਾ ਚਾਹੁੰਦੇ ਹੈ ਉਹਨਾਂ ਵਿਦਿਆਰਥੀਆਂ ਨੂੰ ਜ਼ਿਆਦਾ ਡਾਕੂਮੈਂਟ ਸ਼ੋਅ ਕਰਨ ਦੀ ਜ਼ਰੂਰਤ ਨਹੀਂ ਪਏਗੀ ਔਰ 10 ਦਿਨਾਂ ਦੇ ਅੰਦਰ ਉਹਨਾਂ ਦਾ ਰਿਜ਼ਲਟ ਪੋਜ਼ਿਟਿਵ ਜਾਂ ਨੈਗੇਟਿਵ ਦਿੱਤਾ ਜਾਏਗਾ ਇਮੀਗ੍ਰੇਸ਼ਨ ਵੱਲੋਂ। ਕਿਉਂਕਿ ਪਹਿਲੇ ਕੀ ਸੀ 3-3 6-6 ਮਹੀਨੇ ਫਾਈਲ ਸਟੂਡੈਂਟ ਵੀਜ਼ੇ ਦੀ ਪਈ ਰਹਿੰਦੀ ਸੀ ਔਰ ਰਿਜ਼ਲਟ ਨਹੀਂ ਆਉਂਦਾ ਸੀ। ਸੋ ਇਸ ਸਮਝੌਤੇ ਦੇ ਤਹਿਤ ਇੰਡੀਆ ਨਾਲ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਇੰਡੀਆ ਵਿੱਚ ਬਹੁਤ ਸਕਸੈਸਫੁਲ ਰਿਹਾ। ਸਾਲ 2009 ਵਿੱਚ ਸਟੂਡੈਂਟਸ ਪਾਰਟਨਰਸ਼ਿਪ ਪ੍ਰੋਗਰਾਮ ਦਾ ਆਗਾਜ਼ ਹੋਇਆ ਸੀ ਔਰ 2011-12 ਦੇ ਵਿੱਚ ਜਾ ਕੇ ਚਾਈਨਾ, ਫਿਰ ਵੀਅਤਨਾਮ, ਫਿਰ ਕੋਰੀਆ, ਮਤਲਬ ਇੰਨਾ ਸਕਸੈਸਫੁਲ ਰਿਹਾ ਪ੍ਰੋਜੈਕਟ ਕਿ ਵੱਖਰੇ ਮੁਲਕਾਂ ਦੇ ਵਿੱਚ ਸੇਮ ਮਾਡਲ ਲੈ ਕੇ ਜਾਇਆ ਗਿਆ ਕਿਉਂਕਿ ਕਾਫੀ ਅੱਛੇ ਬੜੇ ਕੁਆਲਿਟੀ ਸਟੂਡੈਂਟ ਜਿਨ੍ਹਾਂ ਦੇ ਬੈਂਡ ਸਕੋਰ ਬਹੁਤ ਅੱਛੇ ਹੈ, ਜਿਨ੍ਹਾਂ ਦੀ ਪਰਸੈਂਟੇਜ ਬਹੁਤ ਅੱਛੀ ਹੈ, ਉਹਨਾਂ ਨੇ ਦਿਨਾਂ ਦੇ ਵਿੱਚ ਹੀ ਵੀਜ਼ਾ ਹਾਸਿਲ ਕਰ ਲਿਆ। ਸੋ ਜਦੋਂ ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਮ ਦਾ ਆਗਾਜ਼ ਹੋਇਆ ਸੀ, ਸੋ ਪਿਰਾਮਿਡ ਈ ਸਰਵਿਸਿਜ਼ ਉਸ ਵੇਲੇ ਇਨੀਸ਼ੀਅਲ ਵਿੱਚ ਇਸ ਪ੍ਰੋਗਰਾਮ ਨੂੰ ਸ਼ੁਰੂ ਲੈ ਕੇ ਆਉਣ ਵਾਲੀ ਪੰਜਾਬ ਵਿੱਚ ਕੰਪਨੀ ਸੀ। ਸੋ ਬੜੇ ਮਾਣ ਨਾਲ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਕਿ ਵਿਦਿਆਰਥੀਆਂ ਨੂੰ ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਮ ਦੇ ਆਗਾਜ਼ ਤੋਂ ਹੀ ਆਪਾਂ ਇਸ ਪ੍ਰੋਗਰਾਮ ਦੇ ਅਧੀਨ ਭੇਜ ਰਹੇ ਹਾਂ। ਇਹਦਾ ਕੋਈ ਵਰਕ ਪਰਮਿਟ ਨਾਲ ਜਾਂ ਪੀਆਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੇ ਕੁਝ ਕੰਸਲਟੈਂਟ ਸਾਨੂੰ ਇਹ ਕਹਿੰਦੇ ਕਿ ਆਪਾਂ ਐਸਪੀਪੀ ਕੰਸਲਟੈਂਟ ਹਾਂ ਜਾਂ ਤੁਹਾਨੂੰ ਵਰਕ ਪਰਮਿਟ ਔਰ ਪੀਆਰ ਨਾਲ ਛੇਤੀ ਮਿਲ ਜੂਗੀ, ਇਹ ਬਿਲਕੁਲ ਇੱਕ ਗਲਤ ਧਾਰਨਾ ਹੈ। ਇਹਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਵਰਕ ਪਰਮਿਟ ਔਰ ਪੀਆਰ ਨਾਲ। ਸਿਰਫ ਇਹਦਾ ਫਰਕ ਕੀ ਹੈ? ਆਪਾਂ ਐਸਪੀਪੀ ਦੀ ਮੁੱਖ ਸ਼ਰਤਾਂ ਜੇ ਆਪਾਂ ਸਮਝੀਏ, ਸੋ ਸਭ ਤੋਂ ਪਹਿਲੀ ਸ਼ਰਤ ਹੈ ਕਿ ਐਸਪੀਪੀ ਇੰਸਟੀਚਿਊਟ ਦੇ ਵਿੱਚ ਦਾਖਲਾ। ਕੁੱਲ 40 ਕਾਲਜਿਸ ਹੈਗੇ ਹੈ ਜਿਹਦਾ ਐਸਪੀਪੀ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੈ ਔਰ ਅਗੇਨ ਬੜੀ ਪ੍ਰਾਊਡਲੀ ਆਪਾਂ ਇਸ ਚੀਜ਼ ਨੂੰ ਅਨਾਊਂਸ ਕਰਦੇ ਹਾਂ ਕਿ ਪਿਰਾਮਿਡ ਈ ਸਰਵਿਸਿਜ਼ ਕੋਲ ਆਲਮੋਸਟ 70-80% ਡਾਇਰੈਕਟ ਕਾਲਜਿਸ ਨਾਲ ਰਾਬਤਾ ਉਹਨਾਂ ਨੇ ਕੀਤਾ। ਜਿਨ੍ਹਾਂ ਨੇ ਨਹੀਂ ਕੀਤਾ ਉਹ ਪੰਜਾਬ ਵਿੱਚ ਯੂਜੂਅਲੀ ਬਿਜ਼ਨਸ ਹੀ ਨਹੀਂ ਕਰ ਰਹੇ। ਸੋ ਸਾਰੇ ਐਸਪੀਪੀ ਦੇ ਕਾਲਜਿਸ ਔਰ ਯੂਨੀਵਰਸਿਟੀਜ਼ ਪਿਰਾਮਿਡ ਈ ਸਰਵਿਸਿਜ਼ ਕੋਲ ਸਿੱਧੇ ਤੌਰ ਤੇ ਜੁੜੇ ਹੋਏ ਹੈ। ਕਿਸੇ ਦਿੱਲੀ ਜਾਂ ਚੰਡੀਗੜ੍ਹ ਜਾਂ ਗੁਜਰਾਤ ਦੇ ਕੰਸਲਟੈਂਟ ਤੋਂ ਪਿਰਾਮਿਡ ਕੰਮ ਨਹੀਂ ਕਰਵਾਉਂਦਾ ਔਰ ਖੰਡਨ ਕਰਦਾ ਹੈ ਉਹਨਾਂ ਕੰਸਲਟੈਂਟਸ ਦਾ ਵੀ ਜਿਹੜੇ ਬਾਹਰੋਂ ਕਿਸੇ ਦਾ ਕੰਮ ਕਰਵਾਉਂਦੇ, ਬਿਕੋਜ਼ ਇੱਕ ਤੋਂ ਦੂਜੇ ਹੱਥ ਵਿੱਚ ਜਦੋਂ ਫਾਈਲ ਜਾਂਦੀ ਹੈ ਤੇ ਉਹ ਸੈਂਸਿਟੀਵਿਟੀ ਨਾਲ ਉਸ ਤਰੀਕੇ ਨਾਲ ਉਸ ਟਾਈਮ ਨਾਲ ਉਹਦੀ ਪ੍ਰੋਸੈਸਿੰਗ ਨਹੀਂ ਹੁੰਦੀ ਔਰ ਰੱਬ ਨਾ ਕਰੇ ਜੇ ਵੀਜ਼ਾ ਰਿਫਿਊਜ਼ ਹੋ ਜਾਵੇ ਉਸ ਤੋਂ ਬਾਅਦ ਅਸਲੀ ਦਿੱਕਤਾਂ ਪਰੇਸ਼ਾਨੀਆਂ ਬੱਚੇ ਨੂੰ ਆਉਣੀ ਸ਼ੁਰੂ ਹੋ ਜਾਂਦੀ, ਬੱਚੇ ਦੇ ਸਮੁੱਚੇ ਪਰਿਵਾਰ ਨੂੰ ਆਉਣੀ ਸ਼ੁਰੂ ਹੋ ਜਾਂਦੀ। ਬਿਕੋਜ਼ ਜਿਹੜਾ ਰਿਫੰਡ 2 ਹਫ਼ਤੇ ਜਾਂ 4 ਹਫ਼ਤੇ ਜਾਂ ਵੱਧ ਤੋਂ ਵੱਧ 6 ਹਫ਼ਤੇ ਵਿੱਚ ਆ ਸਕਦਾ ਸੀ, ਕਿਸੇ ਦੂਜੇ ਹੱਥ ਵਿੱਚ ਜਾ ਕੇ ਉਹੀ ਰਿਫੰਡ 2 ਤੋਂ 4 ਮਹੀਨੇ ਤਾਂ ਬਹੁਤ ਥੋੜੀ ਗੱਲ ਹੈ, ਆਪਾਂ ਸਾਲ ਵੀ ਦੇਖ ਰਹੇ ਰਿਫੰਡ ਨਹੀਂ ਆਉਂਦਾ। ਸੋ ਸਭ ਤੋਂ ਪਹਿਲੀ ਮੁੱਖ ਸ਼ਰਤ ਹੈ ਕਿ ਐਸਪੀਪੀ ਇੰਸਟੀਚਿਊਟ ਵਿੱਚ ਦਾਖਲਾ। ਦੂਜੀ ਮੁੱਖ ਸ਼ਰਤ ਹੈ ਕਿ ਘੱਟ ਤੋਂ ਘੱਟ 6 ਮਹੀਨੇ ਦੀ ਫੀਸ ਦਾ ਅਦਾ ਕਰਨਾ। ਸੋ ਅਗਰ ਕੋਈ ਬੱਚਾ 6 ਮਹੀਨੇ ਦੀ ਫੀਸ ਪੇ ਕਰ ਰਿਹਾ ਹੈ ਤਾਂ ਉਹ ਦੂਜੀ ਸ਼ਰਤ ਨੂੰ ਕੰਪਲਾਈ ਕਰਦਾ ਹੈ। ਤੀਜੀ ਔਰ ਮੁੱਖ ਸ਼ਰਤ ਜਿਹੜੀ ਹੈ ਉਹ ਹੈ ਆਇਲਸ। ਓਵਰਆਲ 6 ਬੈਂਡ, ਈਚ ਮੋਡਿਊਲ 5.5 ਬੈਂਡ। ਕੁਝ ਅਜਿਹੀਆਂ ਐਡਵਰਟਾਈਜ਼ਮੈਂਟਸ ਤੁਸੀਂ ਦੇਖੀਆਂ ਹੋਗੀਆਂ ਜਿਹਦੇ ਵਿੱਚ ਕੰਸਲਟੈਂਟ 5.5 ਬੈਂਡ ਨੂੰ ਪ੍ਰਮੋਟ ਕਰ ਰਹੇ ਹੈ, ਐਸਪੀਪੀ ਨੂੰ ਪ੍ਰਮੋਟ ਕਰ ਰਹੇ ਹੈ। ਐਸਪੀਪੀ ਦੀ ਚੈੱਕਲਿਸਟ ਵਿੱਚ ਬੜੀ ਕਲੀਅਰਲੀ ਲਿਖਿਆ ਹੋਇਆ ਕਿ ਓਵਰਆਲ 6, ਈਚ ਮੋਡਿਊਲ 5.5 ਜੇ ਹੋਊਗੇ ਤਾਂ ਹੀ ਐਸਪੀਪੀ ਦੇ ਵਿੱਚ ਦਾਖਲਾ ਮਿਲੂਗਾ, ਨਹੀਂ ਤਾਂ ਦਾਖਲਾ ਨਹੀਂ ਮਿਲਣਾ। ਔਰ ਜੇ ਤੁਹਾਨੂੰ ਕੋਈ ਇੱਦਾਂ ਦੀ ਮਿਸਗਾਈਡਿੰਗ ਇਨਫੋਰਮੇਸ਼ਨ ਤੁਹਾਨੂੰ ਦੇ ਰਿਹਾ ਹੈ ਪਿਰਾਮਿਡ ਈ ਸਰਵਿਸਿਜ਼ ਦੇ ਵਿੱਚ ਵਾਕ ਇਨ ਕਰੋ। ਆਪਾਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਆਈ ਸਾਨੂੰ ਈਮੇਲ ਨਿਊਜ਼ ਲੈਟਰ ਸਾਨੂੰ ਸ਼ੋਅ ਕਰ ਸਕਦੇ ਹਾਂ ਜਿਹਦੇ ਵਿੱਚ ਬਹੁਤ ਕਲੀਅਰ ਹੋ ਜਾਊਗਾ। ਸੋ ਚੌਥੀ ਸ਼ਰਤ ਹੈ ਐਸਪੀਪੀ ਦੀ GIC
ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ, ਜਿਹਦੇ ਨਾਲ ਸਾਨੂੰ ਕੋਈ ਪੁਰਾਣੇ ਫੰਡ ਦਿਖਾਉਣ ਦੀ ਲੋੜ ਨਹੀਂ, ਕੋਈ ਇਨਕਮ ਟੈਕਸ ਰਿਟਰਨਸ ਦੀ ਦਿਖਾਉਣ ਦੀ ਲੋੜ ਨਹੀਂ, ਕੋਈ ਐਗਰੀਕਲਚਰ ਦੀ ਇਨਕਮ, ਜ਼ਿਮੀਂਦਾਰੇ ਦੀ ਇਨਕਮ, ਕੋਈ ਡੇਅਰੀ ਫਾਰਮਿੰਗ ਦੀ ਇਨਕਮ, ਕੁਝ ਦਿਖਾਉਣ ਦੀ ਜ਼ਰੂਰਤ ਨਹੀਂ ਹੈ। $10,100 ਜੋ ਕਿ ਰਫਲੀ 5,50,000 ਤੋਂ ਲੈ ਕੇ 5,70,000 ਦੇ ਵਿੱਚ ਵੇਰੀ ਕਰਦਾ ਹੈ, ਇਹ ਸਾਨੂੰ ਨੋਵਾ ਸਕੋਸ਼ੀਆ ਬੈਂਕ ਦੇ ਵਿੱਚ ਟ੍ਰਾਂਸਫਰ ਕਰਾਣੇ ਪੈਣਗੇ। ਨੋਵਾ ਸਕੋਸ਼ੀਆ ਬੈਂਕ ਜਿਵੇਂ ਕਿ ਆਪਣਾ ਇੱਥੇ ਸਟੇਟ ਬੈਂਕ ਆਫ ਇੰਡੀਆ ਹੈ, ਪੰਜਾਬ ਨੈਸ਼ਨਲ ਬੈਂਕ ਹੈ, ਜਿਹੜੇ ਮੇਨ ਲੀਡਿੰਗ ਬੈਂਕ ਹੈ, ਨੈਸ਼ਨਲਾਈਜ਼ ਸਰਕਾਰੀ ਬੈਂਕ ਹੈ ਇੰਡੀਆ ਦੇ, ਉੱਦਾਂ ਹੀ ਕੈਨੇਡਾ ਵਿੱਚ ਨੋਵਾ ਸਕੋਸ਼ੀਆ ਬੈਂਕ ਉਹਨਾਂ ਦਾ ਇੱਕ ਮੇਨ ਸਰਕਾਰੀ ਬੈਂਕ ਹੈ। ਸੋ ਬੱਚੇ ਦਾ ਅਕਾਊਂਟ ਨੋਵਾ ਸਕੋਸ਼ੀਆ ਬੈਂਕ ਵਿੱਚ ਖੁੱਲ ਜਾਏਗਾ, ਉਹਦੇ ਵਿੱਚ ਆਪਾਂ ਬੱਚੇ ਦੀ ਪੂਰੀ ਸਹਾਇਤਾ ਤੇ ਮਦਦ ਕਰਾਂਗੇ। ਸੋ ਉਹ ਬੈਂਕ ਵਿੱਚ ਬੱਚੇ ਦਾ ਜਦੋਂ ਖਾਤਾ ਖੁੱਲ ਜਾਂਦਾ ਹੈ, ਆਫਰ ਲੈਟਰ ਆਉਣ ਤੋਂ ਬਾਅਦ $10,150 ਬੱਚੇ ਦੇ ਖਾਤੇ ਵਿੱਚੋਂ ਕੈਨੇਡਾ ਦੇ ਉਹਦੇ ਖਾਤੇ ਵਿੱਚ ਟ੍ਰਾਂਸਫਰ ਹੋ ਜਾਣਗੇ। ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਜਿਸ ਦਾ ਤੁਸੀਂ ਬਹੁਤ ਜ਼ਿਆਦਾ ਧਿਆਨ ਦੇਣਾ, ਬਿਕੋਜ਼ ਅਲਟੀਮੇਟਲੀ ਜੇ 'ਚ ਗਲਤੀ ਕੀਤੀ ਫੀਸ ਦਾ ਰਿਫੰਡ ਨਹੀਂ ਹੋਣਾ। ਜੇ ਕਿਸੇ ਥਰਡ ਪਾਰਟੀ ਤੋਂ ਤੁਸੀਂ ਪੈਸਾ ਟ੍ਰਾਂਸਫਰ ਕਰ ਰਹੇ ਹੋ, ਸੋ ਇੰਡੀਆ ਦੇ ਅਕਾਊਂਟ ਅਗਰ ਕਿਸੇ ਥਰਡ ਪਾਰਟੀ ਦਾ ਹੈ, ਫੋਰ ਐਗਜ਼ਾਮਪਲ ਜੇ ਤੁਹਾਡੇ ਪੇਰੈਂਟਸ ਦਾ ਵੀ ਹੈ, ਉਹ ਵੀ ਐਕਸੈਪਟੇਬਲ ਨਹੀਂ ਹੈ। ਸੋ ਜ਼ਿਆਦਾ ਜੁਆਇੰਟ ਅਕਾਊਂਟ ਹੋਵੇ ਬੱਚੇ ਦਾ ਜਾਂ ਉਹਦੇ ਰਿਸ਼ਤੇਦਾਰਾਂ ਦਾ, ਜਾਂ ਇਕੱਲੇ ਬੱਚੇ ਦਾ ਅਕਾਊਂਟ ਹੋਵੇ, ਯਾਨੀ ਜੇ ਬੱਚੇ ਦੇ ਅਕਾਊਂਟ 'ਚ ਪੇਮੈਂਟ ਜਾਏਗੀ ਤਾਂ ਹੀ ਰਿਫੰਡ ਹੋਵੇਗਾ। ਤਾਂ ਹੀ ਰਿਫੰਡ। ਵੈਸੇ ਤਾਂ ਵਾਹਿਗੁਰੂ ਮਿਹਰ ਕਰੇ ਔਰ ਰਿਫੰਡ ਦੀ ਨੌਬਤ ਹੀ ਨਾ ਆਵੇ, ਵੀਜ਼ਾ ਲੱਗ ਜਾਵੇ, ਬੱਚਾ ਉੱਥੇ ਜਾ ਕੇ ਆਪਣਾ ਪੈਸਾ ਵਾਪਸ ਲੈ ਲਵੇ, ਪਰ ਜੇ ਇਨ ਕੇਸ ਵੀਜ਼ਾ ਰਿਫਿਊਜ਼ਲ ਹੋ ਜਾਂਦਾ ਹੈ ਤੇ ਰਿਫੰਡ ਵਾਪਸ ਨਹੀਂ ਆਉਣਾ ਜੇ ਤੁਹਾਡੇ ਖਾਤੇ 'ਚੋਂ ਪੇਮੈਂਟ ਨਹੀਂ ਗਈ। ਇਨਫੈਕਟ ਫॉर दैट मैटर ਤੁਹਾਡਾ ਜਿਹੜਾ GIC ਦਾ ਸਰਟੀਫਿਕੇਟ ਹੈ ਉਹ ਵੀ ਨਹੀਂ ਆਣਾ ਜੇ ਤੁਹਾਡਾ ਬੈਨੀਫੀਸ਼ੀਅਰੀ ਨੇਮ ਔਰ ਰਿਮਿਟਰੈਂਟ ਨੇਮ। ਦੇਖੋ ਇਹ ਕੁਝ ਟੈਕਨੀਕਲ ਗੱਲਾਂ ਹੈ ਮਨੀਸ਼ ਜੀ, ਜੋ ਕਿ ਹਰ ਇੱਕ ਕੰਸਲਟੈਂਟ ਨਾ ਹੀ ਸਮਝਦਾ ਹੈ ਨਾ ਹੀ ਜਾਣਦਾ ਹੈ, ਔਰ ਅਲਟੀਮੇਟਲੀ ਜਦੋਂ ਤੁਸੀਂ ਆਪਣੀ ਕੁਝ ਕੰਫਰਟ ਪਿੱਛੇ ਆਪਣੇ ਰਿਸ਼ਤੇਦਾਰੀ ਵਿੱਚ ਕੇਸ ਦੇ ਦਿੰਦੇ ਹੋ ਜਾਂ ਕਿਸੇ ਇਹੋ ਜਿਹੇ ਕੰਸਲਟੈਂਟ ਨੂੰ ਕੇਸ ਦੇ ਦਿੰਦੇ ਹੋ ਜਿਨ੍ਹਾਂ ਤੋਂ ਤੁਸੀਂ ਆਇਲਟਸ ਕੀਤੀ ਹੈ, ਉਹ ਇਹ ਟੈਕਨੀਕਲ ਗੱਲਾਂ ਨਹੀਂ ਜਾਣਦਾ ਹੈ, ਉਸ ਕਰਕੇ ਤੁਹਾਡੇ ਪੈਸੇ ਦਾ ਨੁਕਸਾਨ, ਤੁਹਾਡੇ ਇਨਟੇਕ ਦਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਅਗਰ GIC ਸਰਟੀਫਿਕੇਟ ਨਹੀਂ ਆਇਆ, ਤੁਸੀਂ ਪੈਸਾ ਟ੍ਰਾਂਸਫਰ ਕਰਤਾ 5.5-6 ਲੱਖ ਰੁਪਈਆ, GIC ਸਰਟੀਫਿਕੇਟ ਨਹੀਂ ਆਇਆ, ਤੁਹਾਡਾ ਇੱਕ ਸੈਸ਼ਨ ਤੋਂ ਦੂਸਰੇ ਸੈਸ਼ਨ ਤੀਸਰੇ ਸੈਸ਼ਨ ਡੈਫਰ ਹੁੰਦਾ ਰਹੂਗਾ। ਸੋ ਇਹ ਟੈਕਨੀਕਲ ਚੀਜ਼ਾਂ ਤੁਹਾਨੂੰ ਐਕਸਪਰਟਸ ਹੀ ਗਾਈਡ ਕਰ ਸਕਦੇ ਹੈ। ਸੋ 4 ਮੁੱਖ ਸ਼ਰਤਾਂ ਆਪਾਂ ਦੱਸਤੀਆਂ। ਪੰਜਵੀਂ ਜਿਹੜੀ ਮੁੱਖ ਸ਼ਰਤ ਹੈ ਹੁਣ ਉਹ ਹੈ ਕਿ ਮੈਡੀਕਲ। ਸੋ ਅਗਰ ਬੱਚੇ ਨੇ ਮੈਡੀਕਲ ਕਰਵਾਉਂਦਾ ਹੈ, ਉਹ SPP ਦੇ ਅਧੀਨ ਕੇਸ ਲਗਵਾਉਣਾ ਮੈਡੀਕਲ ਹੁਣ ਜ਼ਰੂਰੀ ਹੋ ਗਿਆ। ਸੋ ਇਹ 5-6 ਚੀਜ਼ਾਂ ਦੇ ਨਾਲ ਜੇ ਤੁਸੀਂ ਕੰਪਲਾਈ ਕਰਦੇ ਹੋ, SPP ਵਿੱਚ ਫਾਈਲ ਆਪਣੀ ਲਗਾ ਸਕਦੇ ਹੋ। ਕੁੱਲ 5 ਤੋਂ 15 ਦਿਨਾਂ ਦੇ ਅੰਦਰ SPP ਦਾ ਰਿਜ਼ਲਟ ਆ ਰਿਹਾ ਹੈ। 3-3 2-2 ਦਿਨਾਂ ਦੇ ਵਿੱਚ ਵੀ ਰਿਜ਼ਲਟ ਆਉਂਦਾ ਪਿਆ ਹੈ, ਔਰ ਸਪਟੈਂਬਰ ਜਨਵਰੀ ਬਹੁਤ ਪੋਜ਼ਿਟਿਵ ਸੈਸ਼ਨ ਰਹਿਣਗੇ, ਕਿਉਂਕਿ ਮਈ ਦੇ ਵਿੱਚ ਜਿੱਥੇ ਅੱਜ ਤੱਕ 50% ਤੋਂ ਉੱਪਰ ਰਿਜ਼ਲਟ ਨਹੀਂ ਆਇਆ ਸੀ ਵੀਜ਼ੇ ਦਾ, ਪਿਰਾਮਿਡ ਈ-ਸਰਵਿਸਿਜ਼ ਹੀ ਪ੍ਰਾਊਡਲੀ ਦੱਸਦਾ ਹੈ ਕਿ 75 ਤੋਂ 80% ਆਪਾਂ ਅਪਰੂਵਲ ਰੇਟ ਮਈ ਸੈਸ਼ਨ ਦਾ ਲਿਆ ਹੈ। ਸੋ ਸਪਟੈਂਬਰ ਔਰ ਜਨਵਰੀ ਇਹ ਤੋਂ ਜ਼ਿਆਦਾ ਵਧੀਆ ਸੈਸ਼ਨ ਰਹਿਣਗੇ। ਉਹ ਕਹਿੰਦੇ ਮਾਰਨਿੰਗ ਸ਼ੋਜ਼ ਦਾ ਡੇ। ਸੋ ਸ਼ੁਰੂਆਤ ਦੱਸਦੀ ਹੈ ਕਿ ਅੱਗੇ ਆਉਣ ਵਾਲਾ ਦਿਨ ਕਿਹੋ ਜਿਹਾ ਹੋਏਗਾ। ਸੋ ਮਈ ਸੈਸ਼ਨ ਵਧੀਆ ਰਿਹਾ ਹੈ, ਸਪਟੈਂਬਰ ਔਰ ਜਨਵਰੀ ਵੀ ਵਧੀਆ ਰਹੇਗਾ। ਜੇ ਇਨ ਕੇਸ ਤੁਸੀਂ ਇਹ ਸੋਚ ਰਹੇ ਹੋ ਕਿ ਤੁਹਾਡਾ ਕੈਨੇਡਾ ਵਿੱਚ ਰਿਫਿਊਜ਼ ਹੋ ਜਾਏਗਾ, ਇਸ ਲਈ ਤੁਸੀਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਕਰ ਰਹੇ ਹੋ, ਇਹੋ ਜਿਹੀ ਗਲਤੀ ਨਾ ਕਰੋ। ਜੇ ਤੁਹਾਡੇ 48% ਤੋਂ ਉੱਪਰ ਨੰਬਰ ਹੈ, ਓਵਰਆਲ 6 ਈਚ ਮੋਡਿਊਲ 5.5 ਬੈਂਡ ਹੈ, ਔਰ 2011, 12, 13, 14 ਤੁਸੀਂ ਪਾਸ ਆਊਟ ਹੋ, ਕੈਨੇਡਾ ਦਾ ਵੀਜ਼ਾ ਤੁਹਾਡਾ ਡੈਫੀਨਿਟਲੀ ਆ ਸਕਦਾ ਹੈ। ਜੇ ਤੁਸੀਂ ਇਹ ਸ਼ੋਅ ਦੇਖ ਰਹੇ ਹੋ, ਜੇ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ, ਤੁਹਾਡੇ ਬੱਚੇ ਨੇ ਹਜੇ 10ਵੀਂ ਕਰ ਰਹੇ, 11ਵੀਂ ਕਰ ਰਹੇ, ਪਰ ਤੁਹਾਡੇ ਅਗਰ ਸਰਕਲ ਵਿੱਚ ਜਾਂ ਨੋਨ ਵਿੱਚ ਹੋਰ ਇੱਦਾਂ ਦੇ ਬੱਚੇ ਹੈ ਜਿਹੜੇ ਕੈਨੇਡਾ ਜਾਣ ਦੇ ਇੱਛੁਕ ਹੈ, ਇੱਕ ਵਾਰੀ ਪਿਰਾਮਿਡ ਈ-ਸਰਵਿਸਿਜ਼ ਦੇ ਆਫਿਸ ਵਿੱਚ ਵਾਕ ਇਨ ਕਰਨ, ਇੱਕ ਵਾਰੀ ਆ ਕੇ ਕੈਨੇਡਾ ਬਾਰੇ ਜਾਣਕਾਰੀ ਲੈਣ, ਕਿਉਂਕਿ 2014 ਕੈਨੇਡਾ ਲਈ ਬਹੁਤ ਹੀ ਜ਼ਿਆਦਾ ਬਲੈਸਿੰਗਸ ਔਰ ਵਧੀਆ ਸਾਲ ਨਿਕਲੇ ਜੀ। ਬਿਲ ਸਾਹਿਬ, ਇਹ ਅਸੀਂ SPP ਪ੍ਰੋਗਰਾਮ ਬਾਰੇ ਜਾਣਕਾਰੀ, ਜੇ ਹੁਣ ਆਪਾਂ ਵਰਕ ਪਰਮਿਟ ਦੀ ਗੱਲ ਕਰ ਲਈਏ ਕੈਨੇਡਾ ਬਾਰੇ, ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਰੂਟ ਕੀ ਹੈ ਉਹਦਾ। ਬਹੁਤ ਦੇਖੋ, ਅਗਰ ਆਪਾਂ ਸਾਰੇ ਕੰਟਰੀਜ਼ ਨੂੰ ਚੱਕ ਲਈਏ, ਅਮਰੀਕਾ ਚੱਕ ਲਈਏ, ਕੈਨੇਡਾ ਚੱਕ ਲਈਏ, ਆਸਟ੍ਰੇਲੀਆ ਚੱਕ ਲਈਏ, ਨਿਊਜ਼ੀਲੈਂਡ ਚੱਕ ਲਈਏ, UK ਚੱਕ ਲਈਏ, ਇਹਨਾਂ 5-6 ਮੁਲਕ ਜ਼ਿਆਦਾ ਹੀ ਅਗਰ ਆਪਾਂ ਸਟੂਡੈਂਟ ਵੀਜ਼ੇ ਦੀ ਗੱਲ ਕਰੀਏ ਤਾਂ ਇਹੀ 5-6 ਮੁਲਕ ਹਨ ਜਿਹੜੇ ਸਟੂਡੈਂਟਸ ਵੀਜ਼ੇ ਨੂੰ ਸਵੀਕਾਰ ਕਰਦੇ ਹਨ, ਜਿਹੜੇ ਸਟੂਡੈਂਟਸ ਨੂੰ ਬਾਹਾਂ ਖੋਲ ਕੇ ਵੈਲਕਮ ਕਰ ਰਹੇ ਹਨ। ਇਹਨਾਂ 5-6 ਮੁਲਕਾਂ ਚੋਂ ਕੈਨੇਡਾ ਸਭ ਤੋਂ ਨੰਬਰ 1 ਹੈ ਜਿਹੜਾ PR ਸਟਰੋਂਗਲੀ ਔਰ ਈਜ਼ੀਲੀ ਦੇ ਰਿਹਾ ਹੈ। ਪਾਲਿਸੀ ਬਹੁਤ ਸਿੰਪਲ ਹੈ, 2 ਸਾਲ ਦੇ ਕੋਰਸ ਤੇ ਜਾਓ, 3 ਸਾਲ ਦਾ ਵਰਕ ਪਰਮਿਟ ਮਿਲੂਗਾ। ਇਹਨਾਂ 3 ਸਾਲਾਂ ਵਿੱਚ ਜੇ 1 ਸਾਲ ਫੁੱਲ ਟਾਈਮ ਐਕਸਪੀਰੀਅੰਸ ਹਾਸਲ ਕਰ ਲਿਆ ਤੇ PR ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਸੋ 2 ਸਾਲ ਦੀ ਸਟੱਡੀ, 3 ਸਾਲ ਦਾ ਵਰਕ ਪਰਮਿਟ, 1 ਸਾਲ ਫੁੱਲ ਟਾਈਮ ਐਕਸਪੀਰੀਅੰਸ। ਜੇ ਕਿਸੇ ਕਾਰਨਵਸ਼ ਆਪਾਂ 1 ਸਾਲ ਦੇ ਕੋਰਸ ਤੇ ਜਾ ਰਹੇ, ਕਿਉਂਕਿ ਪੋਸਟ ਗ੍ਰੈਜੂਏਸ਼ਨ ਯੂਜੂਅਲੀ ਕੈਨੇਡਾ ਦੇ ਵਿੱਚ 1 ਸਾਲ ਦੀ ਹੀ ਹੈ, ਸੋ 1 ਸਾਲ ਦੇ ਕੋਰਸ ਤੋਂ ਬਾਅਦ ਤੁਹਾਨੂੰ ਸਾਲ ਦਾ ਹੀ ਵਰਕ ਪਰਮਿਟ ਮਿਲੇਗਾ।
ਔਰ ਉਹ ਵਰਕ ਪਰਮਿਟ ਤੁਹਾਨੂੰ ਐਕਸਟੈਂਡ ਕਰਾਉਣਾ ਪਏਗਾ। ਸੋ 1 ਸਾਲ ਦੀ ਸਟੱਡੀ, 2 ਸਾਲ ਦਾ ਵਰਕ ਪਰਮਿਟ, 2 ਸਾਲ ਦੀ ਸਟੱਡੀ, 1 ਸਾਲ ਦਾ ਐਕਸਪੀਰੀਅੰਸ, ਇਸ ਕੰਬੀਨੇਸ਼ਨ ਦੇ ਵਿੱਚ ਆਪਾਂ PR ਹਾਸਲ ਕਰ ਸਕਦੇ ਹਾਂ ਜੀ। ਔਰ ਜਿਵੇਂ ਬੇਦੀ ਸਾਹਿਬ ਤੁਸੀਂ ਗੱਲ ਕੀਤੀ ਕਿ ਵਰਕ ਪਰਮਿਟ ਐਕਸਟੈਂਡ ਕਰਾਉਣਾ ਪਵੇਗਾ, ਹਾਂਜੀ, ਕਿ ਈਜ਼ੀਲੀ ਐਕਸਟੈਂਡ ਹੋ ਜਾਂਦਾ ਹੈ? ਦੇਖੋ ਤੁਸੀਂ ਇੰਪਲੋਇਰ ਦੇ ਮਰਜ਼ੀ ਤੇ ਹੋ। ਇੰਪਲੋਇਰ ਅਗਰ ਚਾਹੂਗਾ ਤੁਹਾਨੂੰ ਆਫਰ ਦਊਗਾ ਤੇ ਤੁਹਾਡਾ ਵਰਕ ਪਰਮਿਟ ਐਕਸਟੈਂਡ ਹੋਊਗਾ। ਸੋ ਇਸ ਲਈ ਬੈਟਰ ਇਹ ਹੀ ਹੈ ਕਿ ਅਗਰ ਤੁਸੀਂ ਸਾਲ ਦੇ ਕੋਰਸ ਤੇ ਵੀ ਜਾ ਰਹੇ ਹੋ ਤਾਂ 1 ਸਾਲ ਦੇ ਕੋਰਸ ਵਿੱਚ ਐਡਮਿਸ਼ਨ ਹੋਰ ਲਵੋ, ਬੈਕ ਟੂ ਬੈਕ। ਵੱਧ ਤੋਂ ਵੱਧ 4 ਮਹੀਨੇ ਦਾ ਗੈਪ ਪਾ ਲੈਣਾ। ਸੋ ਪਹਿਲੇ ਕੋਰਸ ਔਰ ਦੂਸਰੇ ਕੋਰਸ ਵਿੱਚ ਵੱਧ ਤੋਂ ਵੱਧ 4 ਮਹੀਨੇ ਦਾ ਗੈਪ ਹੋਣਾ ਚਾਹੀਦਾ। ਇਸ ਤੋਂ ਵੱਧ ਗੈਪ ਨਹੀਂ ਅਗਰ ਹੋਊਗਾ ਤਾਂ ਉਹ ਕੰਟੀਨਿਊਸ ਸਟੱਡੀ ਮੰਨੀ ਜਾਏਗੀ। ਉਹਦੇ ਨਾਲ ਤੁਹਾਨੂੰ ਸਾਲ ਦੇ 2 ਕੋਰਸ ਵੀ 3 ਸਾਲ ਦਾ ਵਰਕ ਪਰਮਿਟ ਲੈ ਕੇ ਆਉਣ ਵਿੱਚ ਹੈਲਪ ਕਰ ਸਕਦੇ ਹਨ ਜੀ। ਬੇਦੀ ਸਾਹਿਬ, ਇੱਕ PNP ਪ੍ਰੋਗਰਾਮ ਜਿਹੜਾ ਕਾਫੀ ਚਰਚਾ ਵਿੱਚ ਰਿਹਾ ਸੀ, ਵਿਦਿਆਰਥੀ ਕਿਸ ਤਰ੍ਹਾਂ ਲਾਭ ਲੈ ਸਕਦੇ ਨੇ PNP? ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਕੈਨੇਡਾ ਵਿੱਚ ਵੱਖਰੇ ਸਟੇਟਸ ਨੂੰ ਵੱਖਰੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਸਕੀਮਸ ਦਿੱਤੀਆਂ ਹੋਈਆਂ ਹੈ ਫੈਡਰਲ ਗਵਰਨਮੈਂਟ ਨੇ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦਾ ਮਤਲਬ ਹੈ ਕਿ ਇੱਕ ਸਟੇਟ ਵੀ ਅਗਰ ਕੋਈ ਚਾਹਵੇ ਤਾਂ ਕਿਸੇ ਮੈਨ ਪਾਵਰ ਨੂੰ PR ਲਈ ਬੰਦੇ ਸੱਦ ਸਕਦੀ ਹੈ। ਇੱਥੋਂ ਤੱਕ ਕਿ ਜਿਹੜੇ ਸਟੂਡੈਂਟਸ ਵੀ ਹੈਗੇ ਆ ਉਹ ਵੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦਾ ਬੈਨੀਫਿਟ ਚੱਕ ਸਕਦੇ ਹਨ। ਕਿੱਦਾਂ ਚੱਕ ਸਕਦੇ ਹਨ? ਫॉर ਐਗਜ਼ਾਮਪਲ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਕੀ ਕਹਿੰਦਾ ਹੈ ਕਿ ਅਗਰ ਕੋਈ ਬੱਚਾ 2 ਸਾਲ ਦੀ ਸਟੱਡੀ ਕਰ ਰਿਹਾ ਉਹਦਾ ਦੀ ਸਟੇਟ ਵਿੱਚ, ਸੋ ਬ੍ਰਿਟਿਸ਼ ਕੋਲੰਬੀਆ ਵਿੱਚ ਵੈਂਕੂਵਰ ਆਉਂਦਾ, ਸਰੀ ਆਉਂਦਾ, ਫੋਰਟ ਸੇਂਟ ਜੌਨ ਆਉਂਦਾ, ਇਹ ਕਾਫੀ ਏਰੀਆਜ਼ ਆਉਂਦੇ ਜਿੱਥੇ ਵੱਖਰੇ ਕਾਲਜਸ ਹਨ। ਸੋ ਅਗਰ ਕੋਈ ਬੱਚਾ 2 ਸਾਲ ਦੀ ਫੁੱਲ ਟਾਈਮ ਸਟੱਡੀ ਕਰ ਰਿਹਾ ਹੈ, ਉਹਨੂੰ ਐਕਸਪੀਰੀਅੰਸ ਵੀ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਫੁੱਲ ਟਾਈਮ ਅਗਰ ਉਹਦੇ ਕੋਲ ਜੌਬ ਆਫਰ ਹੈ, ਤੀਸਰੇ ਪੇ ਚੈੱਕ ਤੇ, ਤੀਸਰੀ ਸੈਲਰੀ ਤੇ ਉਹ PR ਅਪਲਾਈ ਕਰ ਸਕਦਾ। ਸੋ ਜਿੱਥੇ ਬਾਕੀ ਸਟੇਟਸ ਵਿੱਚ ਸਾਨੂੰ ਸਾਲ ਜਾਂ 2 ਸਾਲ ਕੰਮ ਕਰਕੇ ਦਿਖਾਉਣਾ ਪੈਂਦਾ, ਬ੍ਰਿਟਿਸ਼ ਕੋਲੰਬੀਆ ਵਿੱਚ 2 ਸਾਲ ਦੀ ਪੜ੍ਹਾਈ ਐਂਡ ਹੇਅਰ ਯੂ ਗੋ, ਤੁਸੀਂ PR ਲਈ ਐਲੀਜੀਬਲ ਹੋ, PR ਅਪਲਾਈ ਕਰ ਸਕਦੇ ਹੋ। 6 ਤੋਂ 9 ਮਹੀਨੇ ਦੇ ਅੰਦਰ ਤੁਸੀਂ PR ਹਾਸਲ ਕਰਕੇ ਉੱਥੋਂ ਦੇ ਪਰਮਨੈਂਟ ਰੈਜ਼ੀਡੈਂਟ, ਉੱਥੋਂ ਦੇ ਵਸਨੀਕ ਬਣ ਸਕਦੇ ਹੋ। ਜਿਹੜੇ ਸਟੂਡੈਂਟਸ ਪਟਿਆਲਾ ਤੋਂ ਹਨ, ਚੰਡੀਗੜ੍ਹ ਤੋਂ ਹੈ ਜਾਂ ਹਿਮਾਚਲ ਹਰਿਆਣੇ ਤੋਂ ਹੈ, ਉਹਨਾਂ ਲਈ ਖੁਸ਼ਖਬਰੀ, ਮਈ ਦੇ ਅਖੀਰ ਵਿੱਚ ਪਿਰਾਮਿਡ ਈ ਸਰਵਿਸਿਜ਼ ਚੰਡੀਗੜ੍ਹ ਆਫਿਸ ਓਪਨ ਕਰ ਰਿਹਾ ਹੈ, ਸੈਕਟਰ 17 'ਚ ਓਪਨ ਕਰ ਰਿਹਾ ਹੈ। ਸੋ ਇਹਦੀ ਐਗਜ਼ੈਕਟ ਲੋਕੇਸ਼ਨ ਆਪਾਂ ਬਹੁਤ ਜਲਦੀ ਤੁਹਾਨੂੰ ਦੇ ਦੇਵਾਂਗੇ, ਪਰ ਚੰਡੀਗੜ੍ਹ ਵਿੱਚ ਪਿਰਾਮਿਡ ਈ ਸਰਵਿਸਿਜ਼ ਦਾ ਕੈਨੇਡਾ ਸਪੈਸ਼ਲਾਈਜ਼ਡ ਆਫਿਸ ਹੁਣ ਓਪਨ ਹੋਣ ਜਾ ਰਿਹਾ ਹੈ ਜੀ। ਸੋ ਬੇਦੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਸ ਮੰਚ ਤੇ ਆ ਕੇ ਜਾਣਕਾਰੀ ਦੇਣ ਦਾ। ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਫਿਰ ਤੋਂ ਮੁਖਾਤਿਬ ਹੋਵਾਂਗੇ ਤੁਹਾਡੇ ਨਾਲ ਕੱਲ ਦਾ ਸ਼ੋਅ ਲੈ ਕੇ 8:45 ਤੇ, ਤਾਂ ਕਿ ਤੁਸੀਂ ਆਪਣੇ ਜਿਹੜੇ ਐਕਸਪਰਟੀਜ਼ ਜਿਹੜੀ ਹੈ, ਆਪਣੇ ਜਿਹੜੇ ਸੁਝਾਅ ਦਰਸ਼ਕਾਂ ਤੱਕ ਪਹੁੰਚਾ ਸਕੋ। ਸੋ ਦਰਸ਼ਕੋ, ਜੇਕਰ ਤੁਸੀਂ ਇਸ ਪ੍ਰੋਗਰਾਮ ਦਾ ਭਾਗ ਬਣਨਾ ਚਾਹੁੰਦੇ ਹੋ ਤਾਂ ਕੱਲ 8:45 ਤੱਕ ਫਿਰ ਤੋਂ ਮੁਖਾਤਿਬ ਹੋਵਾਂਗੇ। ਕਾਲਿੰਗ ਹੋਵੇਗੀ, ਕਾਲਿੰਗ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਔਰ ਭਵਨੂਰ ਸਿੰਘ ਬੇਦੀ ਨਾਲ ਸਿੱਧੇ ਮੁਖਾਤਿਬ ਹੋ ਸਕਦੇ ਹੋ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।